3 ਸਾਲਾਂ ਦੀ ਮਾਸੂਮ ਬੱਚੀ, ਦੱਸੋ ਮੈਨੂੰ ਕਿਸੇ ਦਾ ਕੀ ਨੁਕਸਾਨ ਕਰ ਸਕਦੀ ਹੈ। ना तो बोलती सी, छोटी सी बस नू। अगर इस मोहल्ले से बच्ची गवाह हो सकती है तो बाकी इतना बड़ा गांव है, कोई लोग नहीं सेफ। देख च लाश पई है तो पिंड दस कोई किसी नू कोई पता हो, किसी का कोई बच्चा गुम होया होवे। इन्ने दिन मैं उन्होंने लभदा रहा वां, कोई पता नहीं लगन दिया। एक दे विच ना एक लाश पई है, 3-4 साल के बच्चे दी बनी बच्चा। उन्हें क्या अस्सलाम वालेकुम नाज़रीन, मैं हूं एडी मलिक और इस वक्त कोट पिंडी दास में मौजूद हूं। आज से 4 रोज़ पहले 3 साल की मासूम नन्ही ज़ैनब इसी मोहल्ले से कौन उसे अगवा करके लेके गया और उसकी इस तरह मसक शुदा लाश यहाँ से तकरीबन 8 किलोमीटर के फासले से मिलती है। ये कौन दरिंदा इस इलाके में आ गया था जिसने इस मासूम कली को न सिर्फ मसला बल्कि उसकी लाश की इस कदर तजलील की। जब उसके वालिदैन को अपनी बच्ची के लापता होने की तशवीश हुई तो उन्होंने अपने ज़रिए उस बच्ची को तलाश करने की सर तोड़ कोशिश की। बच्ची की कहीं से कोई ख़बर नहीं आई, लेकिन फिर भी इन्होंने हिम्मत नहीं हारी, मुतलका पुलिस को भी इतला दी और उसके बाद इन्हें किसी ऐसे शख्स ने बताया कि एक बच्ची की लाश वीराने में दरिया के किनारे पर पड़ी हुई है। जब ये वहाँ पहुँचते हैं और अपनी बच्ची को, जिसका चेहरा हम आपको नहीं दिखा सकते, वो मासूम कली का कुछ नहीं बिगाड़ा था और उसको इस तरह से मसल दिया गया कि उसने ना जाने इस रियासत का इतना बड़ा जुर्म कर दिया था कि जिसकी उसको सज़ा दी गई। बच्ची को कैसे इन्होंने पहचाना, हमारे साथ ज़ैनब के वालिद और कुछ और इस इलाके के जो समाजी वर्कर हैं, जो यहाँ के सरपरस्त हैं, वो मौजूद हैं। इनसे जानते हैं कि ये वाक़या किस तरह से हुआ। और इस गली में, जिस गली के बाहर हम खड़े हैं, ये हमारे पीछे से गली बंद है, राइट साइड से भी गली बंद है। सिर्फ इस गली में दाखिल होने का एक ही रास्ता है। इस गांव से उस बच्ची को यहाँ से कौन लेकर गया, इनको किसी पर शक है या फिर क्या ये कहते हैं नहीं कि ज़ुबानी जानते हैं। अस्सलाम वालेकुम जी। वालेकुम सलाम। की नाम है भाई तुहाडा? अब्दा रऊफ। रऊफ भाई, बड़ा अफसोसनाक वाक़या, तुहाडी बच्ची किस तरह अगवा हुई सी या लापता किवें हुई? सर जी, मेरी बच्ची बाहर खेलने के लिए आई थी। बाहर खेडन आई सी घर तो बाहर? घर तो बाहर खेडन आई सी ते 5:10-15 मिनटां ਦੇ ਉਹਦੀ ਵਾਲਦਾ ਨੇ ਉਹਦੇ ਕੱਪੜੇ ਚੇਂਜ ਕੀਤੇ ਨੇ ਤੇ ਉਹ ਬਾਹਰ ਖੇਡਣ ਆਈ ਹੈ। ਉਸ ਤੋਂ ਬਾਅਦ ਬੱਚੀ ਨਹੀਂ ਘਰ ਆਈ ਹੈ। ਜ਼ੈਨਬ ਇਸ ਤੋਂ ਪਹਿਲੇ ਵੀ ਘਰ ਤੋਂ ਬਾਹਰ ਖੇਲਣ ਜਾਂਦੀ ਸੀ ਤੇ ਕਿੰਨੀ ਦੂਰ ਤੱਕ ਜਾਂਦੀ ਸੀ? ਦੂਰ ਤੱਕ ਨਹੀਂ ਸੀ ਜਾਂਦੀ, ਘਰ ਦੇ ਸਾਹਮਣੇ ਖੇਡਦੀ ਸੀ, ਪਲਾਟ ਦੇ ਸਾਹਮਣੇ ਇਸ ਜਗ੍ਹਾ ਦੀ ਖੇਡਦੀ ਸੀ ਬਸ। ਜਿਹੜਾ ਪਲਾਟ ਹੈਗਾ ਇੱਥੇ ਖੇਡਦੀ ਸੀ? ਹਾਂਜੀ, ਇੱਥੇ ਹੀ ਖੇਡਦੀ ਸੀ, ਇਸ ਤੋਂ ਇਲਾਵਾ ਦੂਰ ਕਿਧਰ ਜਾਂਦੀ ਵੀ ਨਹੀਂ ਸੀ ਆ। ਤੇ ਫਿਰ ਉਸ ਦਿਨ ਕੀ ਹੋਇਆ ਸੀ? ਕੋਈ ਗਲੀ ਦੇ ਵਿੱਚ ਕਿਸੇ ਨੂੰ ਕੋਈ ਮਸ਼ਕੂਕ ਸ਼ਖਸ, ਕੋਈ ਤੁਸੀਂ ਪਹਿਲੇ ਦੇਖਿਆ ਹੋਏ, ਕੋਈ ਬੱਚਿਆਂ ਦੇ ਨਾਲ ਕੋਈ ਹਰਕਤਾਂ ਕਰਦਾ, ਜਾਂ ਫਿਰ ਕਿਵੇਂ ਉਹ ਬੱਚੀ ਇੱਥੋਂ ਗਾਇਬ ਹੋ ਗਈ? ਅਸੀਂ ਕਿਸੇ ਨੂੰ ਨਹੀਂ ਵੇਖਿਆ ਹੈ, ਕੋਈ ਮਹੱਲੇ ਵਾਲਿਆਂ ਨੂੰ ਵੀ ਸਾਰਾ ਮੈਂ ਪੁੱਛਿਆ, ਕੋਈ ਪਤਾ ਨਹੀਂ, ਕੋਈ ਕਿਸੇ ਕੋਈ ਦੱਸਦਾ ਹੀ ਨਹੀਂ ਪਿਆ ਹੈ ਕਿਸੇ ਨੇ ਕੋਈ ਵੇਖਿਆ ਹੋਵੇ ਉਹਨੂੰ ਜਾਂਦੀ ਨੂੰ, ਜਾਂ ਕਿਸੇ ਨਾਲ ਜਾਂਦੀ ਨੂੰ, ਜਾਂ ਕੋਈ ਨੂੰ ਚੁੱਕਦੇ ਕਿਸੇ ਨੇ ਵੇਖਿਆ ਹੋਵੇ। 3 ਦਿਨ ਮੈਂ ਉਹਨੂੰ ਲੱਭਦਾ ਰਿਹਾ ਵਾਂ, ਕੋਈ ਪਤਾ ਨਹੀਂ ਲੱਗਣ ਦਿਆ। ਫਿਰ ਚੌਥੇ ਦਿਨ ਨੂੰ ਮੈਨੂੰ ਫੋਨ ਆਇਆ ਸ਼ਾਮ ਕੇ, ਉਹ ਪਿੰਡ ਮੈਂ ਬੈਨਰ ਛਪਾ ਕੇ ਲਾਏ ਸ਼ਾਮ ਕੇ ਸਾਰੇ ਪਿੰਡਾਂ ਦੇ ਵਿੱਚ, ਨਜ਼ਦੀਕ ਜਿੰਨੇ ਵੀ ਪਿੰਡ ਸੀ। ਅੱਛਾ, ਤੁਸੀਂ ਪੁਲਿਸ ਨੂੰ ਇਤਲਾਹ ਨਹੀਂ ਸੀ ਦਿੱਤੀ ਇਸ ਦੌਰਾਨ? ਪੁਲਿਸ ਨੂੰ ਇਤਲਾਹ ਉਸ ਦਿਨ ਹੀ ਦੇ ਦਿੱਤੀ ਸੀ, FIR ਵੀ ਫੈਕਟਰੀ ਏਰੀਆ 'ਚ ਘਟਾਤੀ ਸੀ। ਅੱਛਾ, ਤੇ ਪੁਲਿਸ ਨੇ ਬੱਚੀ ਨੂੰ ਤਲਾਸ਼ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ? ਪੁਲਿਸ ਆਈ ਸੀ, ਲਿਆਕਤ ਸਾਹਿਬ ਆਏ ਸੀ ਰਾਤ ਨੂੰ, ਉਹਨਾਂ ਮਹੱਲਾ ਚੈੱਕ ਕੀਤਾ ਹੈ, ਉਹ ਕਹਿੰਦੇ ਅਸੀਂ ਲੱਭਣੇ ਪਏ ਆ। ਅੱਛਾ, ਤੇ ਉਹਨਾਂ ਕਹਿੰਦੇ ਤੁਸੀਂ ਵੀ ਲੱਭੋ, ਤੁਸੀਂ ਵੀ ਕੋਸ਼ਿਸ਼ ਕਰੋ। ਲੇਕਿਨ ਇੰਨੀ ਛੋਟੀ ਬੱਚੀ ਦੂਰ ਤੇ ਨਹੀਂ ਜਾ ਸਕਦੀ ਸੀ ਨਾ, ਇੱਕ ਦੂਸਰੀ ਗਲੀ ਦੇ ਵਿੱਚ ਹੀ ਜਾ ਸਕਦੀ ਹੈ ਨਾ, ਇੰਨੀ ਦੂਰ ਤੇ ਨਹੀਂ ਉਹ ਜਾ ਸਕਦੀ ਵੀ। ਹਾਂਜੀ, ਮਹੱਲੇ ਤੋਂ ਬਾਹਰ ਨਹੀਂ ਜਾ ਸਕਦੀ ਸੀ, ਬਸ ਮਹੱਲੇ ਦੇ ਵਿੱਚ ਹੀ ਰਹਿੰਦੀ ਸੀ। ਫਿਰ ਜਿਸ ਬੰਦੇ ਨੇ ਤੁਹਾਨੂੰ ਕਾਲ ਕੀਤੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ? ਉਹਨੇ ਕੀ ਤੁਹਾਨੂੰ ਦੱਸਿਆ? ਉਹ ਸ਼ਾਮਕੇ ਦਾ ਰਹਿਣ ਵਾਲਾ ਸੀ ਤੇ ਉਹ ਨਾ ਉਸ ਏਰੀਆ ਦੇ ਵਿੱਚ ਨਾ ਲੰਘ ਕੇ ਨਾ ਅੱਗੇ ਜਾਂਦਾ ਸੀ, ਦੇਖ ਤੋਂ ਲੰਘ ਕੇ ਨਾ ਰੋਟੀ ਪਕਾਉਣ ਜਾਂਦਾ। ਉਹ ਕਹਿੰਦਾ ਮੈਂ ਰੋਟੀ ਉਸ ਅਗਲੇ ਡੇਰੇ ਤੇ, ਵਟੂਆਂ ਦੇ ਡੇਰੇ ਫਾਰਮ ਦੇ ਵਿੱਚ ਰੋਟੀ ਪਕਾਉਣ ਜਾਂਦਾ ਵਾ। ਕਹਿੰਦਾ ਮੈਂ ਗਿਆ ਵਾਂ, ਮੇਰਾ ਧਿਆਨ ਨਹੀਂ ਪਿਆ, ਆਉਣ ਲੱਗੇ ਮੈਂ ਆਇਆ ਵਾਂ ਤੇ ਮੇਰਾ ਅਚਾਨਕ ਧਿਆਨ ਪਿਆ ਏ, ਦੇਖ ਦੇ ਵਿੱਚ ਨਾ ਇੱਕ ਲਾਸ਼ ਪਈ ਹੈ, 3-4 ਸਾਲ ਦੇ ਬੱਚੇ ਦੀ ਬਣੀ ਬੱਚਾ। ਉਹਨੇ ਕਿਹਾ, ਉਹਨੇ ਫਿਰ ਆਪਣੀ ਬੇਗਮ ਨੂੰ ਫੋਨ ਕੀਤਾ ਹੈ ਘਰ, ਇੰਜ ਨਾਲ ਦੇਖ 'ਚ ਲਾਸ਼ ਪਈ ਹੈ ਤੇ ਪਿੰਡ ਦੱਸ ਕੋਈ ਕਿਸੇ ਨੂੰ ਕੋਈ ਪਤਾ ਹੋਵੇ, ਕਿਸੇ ਦਾ ਕੋਈ ਬੱਚਾ ਗੁੰਮ ਹੋਇਆ ਹੋਵੇ। ਤੇ ਉਹਨਾਂ ਨੇ ਕਿਹਾ ਇੱਥੇ ਨਾ ਇਸ਼ਤਿਹਾਰ ਲੱਗੇ ਨੇ 1-2 ਦਿਨ ਪਹਿਲੇ ਤੇ ਪਿੰਡੀ ਦਾਸ ਜੀ ਨੇ ਇੱਕ ਬੱਚੀ ਗੁੰਮ ਹੈ। ਉਹਨੇ ਕਿਹਾ ਚਲੋ ਤੁਸੀਂ ਉਸ ਨੰਬਰ 'ਤੇ ਨਾ ਨੰਬਰ ਲਿਖਿਆ ਹੋਣਾ ਥੱਲੇ, ਤੋਂ ਉਹਦੇ ਕਾਲ ਕਰਕੇ ਨਾ ਉਹਨਾਂ ਨੂੰ ਦੱਸੋ। ਉਹਨਾਂ ਨੇ ਮੈਨੂੰ ਫੋਨ ਕੀਤਾ, 3 ਵਜੇ ਦਾ ਟਾਈਮ ਹੈ ਤੇ ਮੈਂ ਦੱਸੀ, ਮੇਰੇ ਨਾਲ ਦੋਸਤ ਸੀ, ਇੱਕ ਮੇਰਾ ਸਾਲਾ ਸੀ, ਅਸੀਂ ਮੋਟਰਸਾਈਕਲ ਦੱਸੀ ਨਿਕਲੇ ਆ। ਅਸੀਂ ਸ਼ਾਮ ਨੂੰ ਕਿਹਾ ਸੀ ਤੁਸੀਂ ਕੱਪੜੇ ਪਛਾਣ ਸਕਦੇ ਹੋ? ਮੈਂ ਕਿਹਾ ਹਾਂਜੀ।
ਮੈਂ ਦਸਤੀ ਇੱਥੋਂ ਗਿਆ ਮੈਂ ਜਾ ਕੇ ਦੇਖ ਦੇ ਵਿੱਚ ਪਾਣੀ ਦੇ ਵਿੱਚੋਂ ਲੰਘ ਕੇ ਜਾ ਕੇ ਕੱਪੜੇ ਪਛਾਣੇ ਮੇਰੀ ਉਹ ਹੀ ਬੱਚੀ ਸੀ। ਕੱਪੜਿਆਂ ਤੋਂ ਪਛਾਣਿਆ ਸੀ। ਹਾਂਜੀ, ਕੱਪੜਿਆਂ ਤੋਂ ਪਛਾਣਿਆ, ਚਿਹਰਾ ਨਹੀਂ ਸੀ ਆਉਂਦਾ, ਚਿਹਰਾ ਸਾਰਾ ਖਰਾਬ ਸੀ, ਹੱਡੀਆਂ ਹੱਡੀਆਂ ਸੀ ਬਸ। ਬੱਚੀ ਨੂੰ ਕੀ ਜਿਸਮ ਤੇ ਕੋਈ ਮਾਰ ਪੀਟ ਦੇ ਕੋਈ ਤਸ਼ੱਦਦ ਦੇ ਨਿਸ਼ਾਨ ਸੀ, ਕੀ ਸੀ ਉਹਦੇ ਜਿਸਮ ਤੇ? ਨਿਸ਼ਾਨ ਵੀ ਕੋਈ ਨਹੀਂ ਸੀ ਆਇਆ, ਬਸ ਜਿਵੇਂ ਕਿਸੇ ਕਹਿੰਦੇ ਬੱਚੀ ਗਵਾਹ ਕੀਤੀ ਹੈ, ਸਿਰਫ ਮਾਰ ਕੇ ਸੁੱਟ ਛੱਡੀ ਹੈ ਦੇਖ ਦੇ ਵਿੱਚ ਸਿਰਫ। ਉਸ ਬੱਚੀ ਦਾ ਕੀ ਜੁਰਮ ਸੀ ਜਾਂ ਉਹਨੇ ਕਿਸੇ ਦਾ ਕੀ ਵਿਗਾੜਿਆ ਸੀ ਕਿ ਉਹਨੂੰ ਐਡੀ ਦਰਦਨਾਕ ਮੌਤ ਦਿੱਤੀ ਜੇ? 3 ਸਾਲਾਂ ਦੀ ਮਾਸੂਮ ਬੱਚੀ, ਦੱਸੋ ਮੈਨੂੰ ਕਿਸੇ ਦਾ ਕੀ ਨੁਕਸਾਨ ਕਰ ਸਕਦੀ ਹੈ? ਨਾ ਤਾਂ ਬੋਲਦੀ ਸੀ, ਛੋਟੀ ਸੀ, ਬਸ ਉਹਨੂੰ ਪਾਪਾ ਕਹਿਣਾ ਹੁੰਦਾ ਸੀ, ਮਾਮਾ ਕਹਿਣਾ ਹੁੰਦਾ ਸੀ, ਇਸ ਤੋਂ ਇਲਾਵਾ ਉਹਨੂੰ ਕਿਸੇ ਦਾ ਨਾਮ ਨਹੀਂ ਸੀ ਆਉਂਦਾ ਹੈ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਬੱਚੀ ਨੂੰ ਆਪਣੇ ਨੂੰ ਕੱਪੜਿਆਂ ਤੋਂ ਪਹਿਚਾਨਿਆ ਤੇ ਪੁਲਿਸ ਨੂੰ 15 ਤੇ ਕਾਲ ਕੀਤੀ ਕਿ ਫਿਰ ਆਪਣੇ ਤੁਸੀਂ ਮੁਤਲਕਾ ਥਾਣੇ ਕਾਲ ਕੀਤੀ? ਨਹੀਂ ਨਹੀਂ, ਮੈਂ 15 ਤੇ ਕਾਲ ਕੀਤੀ ਹੈ। ਮੈਂ ਉੱਥੇ ਪਹੁੰਚਿਆ, ਮੇਰੇ ਤੋਂ ਬਾਹਰ ਰਾਣਾ ਯਾਸੀਨ ਔਰ ਰਾਣਾ ਅਬਦੁੱਲਾ ਵੀ ਪਹੁੰਚ ਗਏ ਨੇ। ਦਸਤੀ 5-10 ਮਿੰਟ ਦਾ ਫਰਕ ਪਿਆ, ਮੈਂ ਉੱਥੇ ਪਹੁੰਚਿਆ, ਇਹ ਵੀ ਪਹੁੰਚ ਗਏ ਨੇ। ਉਸ ਤੋਂ ਬਾਅਦ ਐਸਐਚ ਲਿਆਕਤ ਸਾਹਿਬ ਹੋਰਾਂ ਕੋਲ, ਜਿਨ੍ਹਾਂ ਕੋਲ FIR ਸੀ, ਉਹਨਾਂ ਨੂੰ ਕਾਲ ਕੀਤੀ ਹੈ, ਉਹ ਵੀ ਆ ਗਏ ਨੇ ਕੋਈ 10-15 ਮਿੰਟਾਂ ਬਾਅਦ। 15 ਤੇ ਉਹਨਾਂ ਨੇ ਲਿਆਕਤ ਸਾਹਿਬ ਹੋਰਾਂ, ਗੁੱਜਰ ਸਾਹਿਬ ਹੋਰਾਂ ਨੇ ਕਿਹਾ ਸੀ 15 ਤੇ ਕਾਲ ਕਰੋ ਤੁਸੀਂ। 15 ਤੇ ਕਾਲ ਕੀਤੀ, ਉੱਤੋਂ ਫਿਰ ਜੋ ਵੀ ਦਾਰੇ ਨੇ ਸਾਰੇ ਆਏ ਨੇ, ਉਹ 2-3 ਦਾਰੇ ਆਏ ਨੇ, ਉਹਨਾਂ ਨੇ ਆਣ ਕੇ ਫਿਰ ਚੈੱਕ ਕੀਤਾ। ਕੋਈ 4-5 ਘੰਟੇ ਅਸੀਂ ਉੱਥੇ ਰਹੇ ਹਾਂ। ਹੁਣ ਤੱਕ ਪੁਲਿਸ ਤੁਹਾਨੂੰ ਕੀ ਦੱਸਦੀ ਹੈ ਕਿ ਬੱਚੀ ਦੇ ਨਾਲ ਕੋਈ ਗਲਤਕਾਰੀ ਵੀ ਕੀਤੀ ਗਈ ਹੈ ਜਾਂ ਸਿਰਫ ਉਹਨੂੰ ਇੱਥੋਂ ਅਗਵਾ ਕਰਕੇ ਮਾਰ ਕੇ ਤੇ ਉੱਥੇ ਵਿਰਾਨੇ 'ਚ ਸੁੱਟ ਦਿੱਤਾ ਹੈ? ਬੱਚੀ ਦੀ ਨਾਲ ਲਾਸ਼ ਨੂੰ ਲੈ ਗਏ ਸੀ ਹਸਪਤਾਲ, ਉੱਥੇ ਟੈਸਟ ਹੋਏ ਨੇ, ਉਹ ਕਹਿ ਰਹੇ ਨੇ 2-3 ਦਿਨ ਬਾਅਦ ਰਿਪੋਰਟ ਆਏਗੀ। ਕਹਿੰਦੇ ਸੀ ਗਲਤ ਕੰਮ ਕੋਈ ਨਹੀਂ ਹੋਇਆ ਹੈ, ਸਿਰਫ ਬੱਚੀ ਨੂੰ ਪੁਲਿਸ ਵਾਲੇ ਕਹਿ ਰਹੇ ਨੇ ਰਿਪੋਰਟ ਆਏਗੀ, ਚੈੱਕ ਕਰਾਂਗੇ, ਫਿਰ ਤੁਹਾਨੂੰ ਕੋਈ ਇਨਕੁਆਇਰੀ ਕਰਾਂਗੇ। ਤੇ CC ਵਾਲੇ ਵੀ ਆਏ ਨੇ ਪਿੰਡ, ਕੈਮਰੇ ਚੈੱਕ ਕਰਨ ਵਾਲੇ ਸੁਬਾਹ ਦੇ, ਉਹ ਵੀ ਲੱਭਣ ਦੇ ਨੇ ਕੈਮਰਿਆਂ ਦੇ ਵਿੱਚ। ਹਾਂਜੀ ਅਜੇ ਤੱਕ ਮੁਲਜ਼ਮ ਦੀ ਉਸ ਕਾਤਲ ਦੀ ਕੋਈ ਸ਼ਨਾਖਤ ਨਹੀਂ ਮਿਲੀ ਵੀ? ਹਾਂਜੀ, ਹਜੇ ਤੱਕ ਉਹ ਦਰਿੰਦੇ ਦੀ ਕੋਈ ਤਲਾਸ਼ ਨਹੀਂ ਮਿਲੀ ਹੈ। CCD ਵਾਲੇ ਵੀ ਆ ਕੇ ਬੱਚੇ ਦੇ ਕਾਤਲ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ? ਹਾਂਜੀ ਹਾਂਜੀ, CC ਵਾਲੇ ਵੀ ਆਏ ਨੇ। ਤੁਹਾਡੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ, ਕੋਈ ਦੁਸ਼ਮਣੀ, ਕੋਈ ਐਸੀ ਰੰਜਿਸ਼? ਨਹੀਂ, ਮੇਰੀ ਕਿਸੇ ਨਾਲ ਕੋਈ ਲੜਾਈ ਝਗੜਾ, ਕੋਈ ਦੁਸ਼ਮਣੀ ਨਹੀਂ ਹੈ, ਕੋਈ ਲੈਣ ਦੇਣ ਨਹੀਂ ਸੀ ਹੈ। 12 ਘੰਟੇ ਮੈਂ ਡਿਊਟੀ ਕਰਨਾ, ਮੇਰੀ ਕਿਸੇ ਨਾਲ ਕੀ ਹੋ ਸਕਦੀ? ਸ਼ਾਮ ਨੂੰ ਮੈਂ ਘਰ ਸੁਬਾਹ ਜਾਂਦਾ ਸੀ 7 ਵਜੇ। ਸ਼ੁਰੂ ਤੋਂ ਐਸੇ ਇਲਾਕੇ ਦੇ ਰਹਿਣ ਵਾਲੇ ਜੀ? ਹਾਂਜੀ, ਜੰਮਪਾਲ ਸਾਡੀ ਇੱਥੋਂ ਦੀ ਹੈ। ਕਿ ਹੁਣ ਤੁਹਾਡੀ ਬੱਚੀ ਤੇ ਵਾਪਸ ਨਹੀਂ ਆ ਸਕਦੀ, ਇਹ ਐਡੀ ਖੌਫਨਾਕ ਉਸ ਬੱਚੀ ਨੂੰ ਮੌਤ ਦੇ ਦਿੱਤੀ ਗਈ ਜਿਹੜੀ ਇੱਥੇ ਖੇਡਦੀ ਸੀ। ਇਹ ਮਾਸੂਮ ਬੱਚੇ ਅਜੇ ਵੀ ਬੈਠੇ ਨੇ। ਅਗਰ ਇਸ ਕਾਤਲ ਨੂੰ ਨਾ ਫੜਿਆ ਗਿਆ ਤੇ ਤੁਹਾਡੇ ਲਈ ਤੇ ਬੜਾ ਮੁਸ਼ਕਲ ਹੋ ਜਾਏਗਾ। ਹਾਂਜੀ, ਮੇਰੀ ਇਹ ਅਪੀਲ ਹੈ ਉੱਤੇ ਤੱਕ ਦਰਿੰਦਿਆਂ ਨੂੰ ਜਲਦੀ ਜਲਦੀ ਲੱਭਿਆ ਜਾਵੇ। ਉਹਨੂੰ ਮੇਨ ਬਾਜ਼ਾਰ, ਮੇਨ ਸਾਡੇ ਪਿੰਡ ਦਾ ਅੱਡੇ ਵਿੱਚ ਉਹਨੂੰ ਲਟਕਾ ਕੇ ਉਹਨੂੰ ਫੈਰ ਮਾਰੇ ਜਾਣ। ਅੱਗੋਂ ਕੋਈ ਸੋਚੇ ਕਿਸੇ ਨਾਲ ਇਹ ਜੁਰਮ ਕਰਨ ਤੋਂ ਪਹਿਲਾਂ 7 ਦਫਾ 10 ਦਫਾ ਸੋਚੇ। ਲੋਕਾਂ ਦੀ ਇੱਥੇ ਹਜ਼ਾਰਾਂ ਪਿੰਡਾਂ ਦੇ ਗਾਉਂ ਦੇ ਵਿੱਚ ਇੰਨੀ 1000 ਬੱਚੀ ਸਾਡੀਆਂ ਨਿੱਕੀਆਂ ਨਿੱਕੀਆਂ ਸਾਰੀਆਂ ਬੱਚੀਆਂ ਨੇ। ਭਾਈਜਾਨ ਤੁਸੀਂ ਵੀ ਉੱਥੇ ਜਾਏ ਵਕੂਆ ਤੇ ਜਾ ਕੇ ਦੇਖਿਆ ਜਿੱਥੇ ਬੱਚੀ ਦੀ ਡੈੱਡ ਬਾਡੀ ਪਈ ਸੀ, ਕੀ ਹਾਲਾਤ ਸੀ ਬੱਚੀ ਦੇ? ਔਰ ਫਿਰ ਉਸ ਤੋਂ ਬਾਅਦ ਹੁਣ ਤੱਕ ਤੁਸੀਂ ਕੀ ਸਮਝਦੇ ਹੋ ਕਿ ਅਜੇ ਤੱਕ ਕਾਤਲ ਸਾਹਮਣੇ क्यों नहीं आ सकिया? ਉਹਦੀ ਕੀ वजह हो सकती है? भाईजान हमारे वहमो गुमान में भी नहीं था कि ये मामला इस हद तक जाएगा। हमें ये था कि अगर हुआ है 2 घंटे 3 घंटे इतना बड़ा गांव है बच्ची मिल जाएगी। जब 1 2 3 दिन गुजर गए हमें तब भी पता नहीं था कि हमारा ये मामला इस हद तक जाएगा। जब हमें पता चला हमारे सब के रोंगटे खड़े हो गए। ये सिर्फ जुल्म इनके साथ नहीं हुआ, ये जुल्म पूरे गांव के साथ हुआ है। भाई अब हमारे बच्चे हैं, छोटे छोटे बच्चे हैं गांव के, कोई स्कूल नहीं जा रहा, कोई कुरान पाक पढ़ने नहीं जा रहा, सब डरे हैं, सब डरे हैं। ये कसूर की ज़ैनब के बाद दोबारा पिंडी दास की ज़ैनब के साथ इस तरह का वाक़या हुआ है कि उसकी भी मसली हुई लाश मिली थी और इसकी भी मसली हुई लाश मिली है। तो क्यों अगर उस मुलज़म को निशान इबरत बनाया होता चौक में तो शायद आज इस ज़ैनब की ज़िंदगी बच सकती थी। बिल्कुल भाई, ये दरिंदा नुमा कोई शख्स है जिसने ये किया है। हमें तो ये भी नहीं लगता, आप इधर से आए हैं, आपने ये मोहल्ला देखा, आपको लगता है कोई बाहर का बंदा इधर से आके बच्ची अगवा करके इधर से ले जाए? अगर इस मोहल्ले से बच्ची अगवा हो सकती है तो बाकी इतना बड़ा गाँव है, कोई लोग नहीं सेफ, सबके बच्चे अगवा हो सकते हैं। फिर तो ये अगवाकार बाहर से तो हमारी समझ से बाहर है कि बाहर से कोई अगवाकार यहाँ आए और बच्चे को वो अगवा करके ले जा सकता है। आपको नहीं लगता कि अगवाकार कातल दरिंदा आप ही के कहीं आसपास का है? बिल्कुल हमारे ही आसपास का हो सकता है। हमें नहीं लगता कोई बाहर से आके कोई इतने बड़े हमारे गांव से और इस एक तंग मोहल्ले से बच्ची गवाह करके ले जाए। हमारे इदारे हमारे साथ बहुत कापरेट कर रहे हैं। CCD की टीमें कल से हमारे गांव में है, वो अपने इन्वेस्टिगेट कर रहे हैं। और आप भी ये बात जानते हैं, जब से CCD बनी है, मोहतरमा मरियम नवाज़ ने CCD बनाई है, तब से CCD बहुत अच्छे काम कर रही है। हर बंदे को इंसाफ मिल रहा है, हर बंदे को इंसाफ मिल रहा है। और हम हमें कहती है CCD आपके मुताबिक कि जी आके यहाँ पर वो इन्वेस्टिगेट कर रही है, लोगों को वो इंटेरोगेट कर रही है, क्या कहते हैं कि कब तक मुलज़म को हम पकड़ लेंगे?
वो इफ्तिखार वरिया साहब जो हमारे शेखपुरा के आर हैं, वो आए थे, वो सुबह के इधर हमारे इलाका में मौजूद हैं। वो अभी भी सारे गांव में सीसीटीवी कैमरा चेक कर रहे हैं। वो उनकी अपनी इन्वेस्टिगेशन है, वो किसी को आम बंदे को अपनी इन्वेस्टिगेशन का हिस्सा नहीं बनाते, लेकिन वो इस बात की उन्होंने हमें गारंटी दी है कि वो जल्द से जल्द वो दरिंदानुमा शख्स पकड़ेंगे। और हमारी ये अपील है उनसे कि उस दरिंदानुमा शख्स को सबके सामने सज़ा दी जाए, सबके सामने उसे इबरत का निशान बनाया जाए, ताकि आने वाले सालों में हमारा गांव महफूज रहे, कोई इतनी जुर्रत ना करे। अच्छा, आप माशाल्लाह से पढ़े लिखे हैं, समझदार हैं, और इस वाक़या के बाद आप इस मुतासरा फैमिली के साथ हैं और लोगों को भी आप देख रहे हैं। आपको क्या लगता है कि इस वाक़े के बाद कहीं कोई ऐसा शख्स आपकी आंखों से ओझल है, या फिर वो यहाँ से किसी काम के सिलसिले में लापता है, गायब है, ऐसा कोई शख्स आपकी जहन में, नज़र में है? भाई हमारे अभी तक हमें कुछ समझ नहीं आ रहा कि ये हमारे साथ क्या हो गया। हमारे वहमो गुमान में नहीं है, हमारे गांव की तारीख में आज तक ये वाक़या हुआ ही नहीं। हम हकीकत को तस्लीम नहीं कर रहे। सही पूछे, हम हकीकत को तस्लीम नहीं कर रहे कि ये वाक़या हमारे गांव में पेश आ गया और इस मोहल्ले में पेश आ गया। अब हम हकीकत को तस्लीम करेंगे तो हमारा ज़हन किसी की तरफ जाएगा। अभी ना इनको कोई होश है। मैं कल से इनके साथ हूँ, जब डेड बॉडी आई, जनाजा हुआ, कल से सुबह से इनके साथ हूँ, ना हमें कोई होश है। हमारी टीमें अपनी इंक्वायरी कर रही हैं, इंशाल्लाह ताला हमें उम्मीद है। मोहतरमा मरियम नवाज़ ने ये बहुत अच्छा काम किया जो सीसीटी बनाई है। हमारी सुहेल ज़फ़र चट्टा साहब एडिशनल आईजी हैं जो इंचार्ज सीसीटी हैं, उनसे अपील है और इंशाल्लाह ताला हमें उम्मीद है हमें इंसाफ मिलेगा। जी बिल्कुल नाज़रीन, आपने ये सारी कहानी सुनी है कि इनकी इस गली से, इस मोहल्ले से 3 साल की मासूम ज़ैनब अगवा होती है और फिर 3 दिन के बाद उसकी जो लाश है वो यहाँ से तकरीबन 8 किलोमीटर दूर के फासले से मसक शुदा, उसका जो चेहरा है वो हम आपको नहीं दिखा सकते। ये फूल जैसी बच्ची जिसने किसी का कुछ नहीं बिगाड़ा था, वो अपने घर से बाहर इस वाले प्लॉट में आती है, खेलती है, फिर उसके बाद ना जाने उसे ज़मीन खा जाती है या आसमान निकल जाता है। अभी तक पुलिस के तमाम अदारे इस गांव में जो अपनी उनकी तरीक़ाकार होता है तफ्तीश का, वो तफ्तीश में मसरूफ़ हैं, लेकिन उस कातल का, उस दरिंदे का कहीं कोई सराग सामने नहीं आ सका कि ये बच्ची इस गांव से, इस गली से, इस मोहल्ले से तकरीबन 8 किलोमीटर दूर एक दरिया के किनारे जो एक नहर होती है उसके किनारे में उसकी बच्ची के जो है वो डेड बॉडी पड़ी हुई है, वो वहाँ पर कैसे पहुँच जाती है। अगर ऐसे दरिंदे को पुलिस पकड़ने में कामयाब ना हुई तो यहाँ बैठे मासूम छोटे छोटे बच्चे भी जो है वो ख़ुद को महफूज नहीं समझेंगे। और इस तरह की हमारे जो पंजाब पुलिस की जानिब से जो आए रोज़ नई नई फोर्सें बनाई जा रही हैं, ये तब हमें ख़ुद को या फिर हम इनको मुहाफ़िज़ समझेंगे जब हमारे बच्चों के ये ऐसे दरिंदों से इन बच्चों को महफूज रखेंगे। हम इस वाक़े के मुतल्लिक कुछ और भी यहाँ के जो लोग हैं जिन्होंने इस केस को रिपोर्ट किया, उनसे भी बात करवाते हैं कि अब क्या समझते हैं कि मुलज़म को कब तक पुलिस गिरफ़्तार कर लेगी। और इनका एक बड़ा मुतालबा है जो हर वाक़े के बाद मुतासरीन का ये मुतालबा होता है कि हमारे बच्चों के कातल को और इस तरह के जो कातल हैं इनको जब तक आप सरेआम किसी चौक चौराहे में नहीं लटकाएंगे, उनको निशाने इबरत नहीं बनाएंगे और ऐसे लोगों को निशाने इबरत बनाकर सोशल मीडिया पर वायरल कर देना चाहिए ताकि पूरी दुनिया में निशाने इबरत और इस तरह के बच्चों के साथ दरिंदगी करने वालों की ऐसी मौत, इबरतनाक मौत से लोग खौफज़दा हों और तौबा करें कि हम किसी के साथ ऐसा जुर्म करेंगे तो हमारे साथ ऐसा वाक़या होगा।